ਤੁਸੀਂ ਵੇਖ ਰਹੇ ਹੋ BBC ਪੰਜਾਬ TV। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਹੋਸਟ ਤੇ ਦੋਸਤ ਦਲਜੀਤ ਤਜਰੋਹਾ। ਅੱਜ ਅਸੀਂ ਜਿਸ ਸ਼ਖਸੀਅਤ ਨੂੰ ਆਪਣੇ ਦਰਸ਼ਕਾਂ ਦੇ ਰੂਬਰੂ ਕਰਨ ਦਾ ਉਪਰਾਲਾ ਕਰ ਰਹੇ ਹਾਂ, ਉਹ ਇੱਕ ਬਹੁਤ ਹੀ ਡਿਫਰੈਂਟ ਅਲੱਗ ਤਰ੍ਹਾਂ ਦੀ ਸ਼ਖਸੀਅਤ ਆ। ਕਿਉਂਕਿ ਅਸੀਂ ਅਕਸਰ ਸਮਾਜ ਦੇ ਵਿੱਚ ਦੇਖਦੇ ਹਾਂ ਵੀ ਕਿਤੇ ਨਾ ਕਿਤੇ ਲੜਕੀ ਨੂੰ ਲੈ ਕੇ, ਫੀਮੇਲ ਨੂੰ ਲੈ ਕੇ ਕੋਈ ਨਾ ਕੋਈ ਲੋਕਾਂ ਦੇ ਜਿਹੜੇ ਵਿਚਾਰਾਂ ਦਾ ਆਦਾਨ ਪ੍ਰਦਾਨ ਹੁੰਦਾ ਹੈ। ਵੀ ਕੋਈ ਕੰਮ ਜਿਹੜਾ ਆ, ਬੇਸ਼ੱਕ ਦੁਨੀਆ ਚੰਦ ਤੇ ਪਹੁੰਚ ਗਈ, ਜਿਹੜੀਆਂ ਲੜਕੀਆਂ ਸਾਡੀਆਂ ਆ ਹਰ ਫੋਰਸ ਦੇ ਵਿੱਚ, ਪ੍ਰੋਟੈਕਸ਼ਨ ਫੋਰਸ ਦੇ ਵਿੱਚ, ਬਾਰਡਰ ਸਿਕਿਉਰਿਟੀ ਦੇ ਫੋਰਸ, ਹੋਰ ਅਦਰ ਜਿਹੜੀਆਂ ਫੋਰਸਿਸ ਦੇ ਵਿੱਚ ਕੰਮ ਕਰਦੀਆਂ, ਪਰ ਫਿਰ ਵੀ ਜਿਹੜੇ ਸਾਡੇ ਸਮਾਜ ਦੇ ਕੁਛ ਇੱਕ ਅੰਗ ਹੈਗੇ ਆ, ਉਹ ਲੜਕੀ ਨੂੰ ਘਰੋਂ ਬਾਹਰ ਜਾਣ ਦੇਣ ਜਾਂ ਸਕੂਲ ਦੇ ਵਿੱਚ ਜਾਂ ਯੂਨੀਵਰਸਿਟੀ ਦੇ ਵਿੱਚ ਜਾਣ ਤੋਂ ਵੀ ਗਰੇਜ਼ ਕਰਦੇ ਆ। ਪਰ ਇਸੇ ਲੜੀ ਦੇ ਤਹਿਤ ਅੱਜ ਜਿਹੜੀ ਸ਼ਖਸੀਅਤ ਦੀ ਅਸੀਂ ਜ਼ਿਕਰ ਕੀਤਾ ਆ, ਉਸ ਲੜੀ ਨੂੰ ਉਹ ਇੱਕ ਵੈਟਰਨਰੀ ਡਾਕਟਰ ਨੇ ਤੇ ਵੈਟਰਨਰੀ ਆਫਿਸਰ ਨੇ, ਜਿਨ੍ਹਾਂ ਨੇ ਆਪਣੇ ਇਸ ਡਿਪਾਰਟਮੈਂਟ ਦੇ ਵਿੱਚ ਲਗਾਤਾਰ 4 ਜਗ੍ਹਾ ਤੇ 14 ਸਾਲ ਜੌਬ ਕੀਤੀ ਹੈ ਤੇ ਹੁਣ ਚੌਥੀ ਜਗ੍ਹਾ ਉਹਨਾਂ ਦੀ ਪੋਸਟਿੰਗ ਆ। ਤੇ ਜਿੱਥੇ ਅਸੀਂ ਉਹਨਾਂ ਦੀ ਇਸ ਸ਼ਖਸੀਅਤ ਬਾਰੇ ਗੱਲ ਕਰਾਂਗੇ, ਨਾਲ ਦੀ ਨਾਲ ਮੈਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਇਹ ਵੀ ਗੱਲ ਦੱਸ ਦਿਆਂ ਵੀ ਇਹ ਇੱਕ ਵੈਟਰਨਰੀ ਡਾਕਟਰ ਦੇ ਕਾਰਨ ਹੀ ਨਹੀਂ ਆਪਣੇ ਸਰੋਤਿਆਂ ਦੀ ਕਚਹਿਰੀ ਵਿੱਚ ਉਹਨਾਂ ਦਾ ਇੱਕ ਅਲੱਗ ਜਿਹੜਾ ਸ਼ੌਕ ਆਪਣੇ ਪਰਿਵਾਰ ਦੇ ਨਾਲ ਨਾਲ, ਆਪਣੀ ਡਿਊਟੀ ਦੇ ਨਾਲ ਨਾਲ ਇੱਕ ਹੋਰ ਉਹਨਾਂ ਦਾ ਬੜਾ ਅਹਿਮ ਸ਼ੌਕ ਆ ਜਿਹੜਾ ਲਿਖਣ ਦਾ, ਜਿਹੜੀ ਲਿਖਣੀ ਆ। ਲੇਖਕ ਅੱਜ ਅਕਸਰ ਦੇਖਦੇ ਹਾਂ ਵੀ ਅਸੀਂ ਲੇਖਕ ਨੂੰ ਆਪਣਾ ਟਾਈਮ ਚਾਹੀਦਾ ਤੇ ਟਾਈਮ ਦੇ ਨਾਲ ਨਾਲ ਫਾਈਨੈਂਸ਼ੀਅਲੀ ਬਿਜ਼ੀ ਹੋਣਾ ਚਾਹੀਦਾ ਤੇ ਹੋਰ ਜਿਹੜੀਆਂ ਬਹੁਤ ਜਿਹੜੇ ਸੋਰਸਿਸ ਜਿਹੜੇ ਹੋਣੇ ਚਾਹੀਦੇ ਆ। ਡਾਕਟਰ ਪ੍ਰੀਤ ਰਾਣਾ ਜਿਹੜਾ ਆ, ਮੈਂ ਆਪਣੇ ਦਰਸ਼ਕਾਂ ਨੂੰ ਇਹ ਵੀ ਗੱਲ ਦੱਸਦੇ ਹਾਂ ਵੀ ਜਿਹੜੇ ਡਾਕਟਰ ਰਾਣਾ ਪ੍ਰੀਤ ਗਿੱਲ ਜੀ ਆ, ਉਹ ਆਪਣੇ ਡਿਊਟੀ ਦੇ ਨਾਲ ਨਾਲ ਜਿਹੜੀ ਲੇਖਣੀ ਦਾ ਤੇ ਨਾਲ ਆਪਣੇ ਪਰਿਵਾਰ ਦੇ ਨਾਲ ਵੀ, ਆਪਣੇ ਬੱਚਿਆਂ ਦਾ ਵੀ ਬਹੁਤ ਤਰੀਕੇ ਦੇ ਨਾਲ, ਵਧੀਆ ਢੰਗ ਦੇ ਨਾਲ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਆ। ਅੱਜ ਅਸੀਂ ਇਸ ਇੰਟਰੋ ਤੋਂ ਬਾਅਦ, ਇਸ ਗੁਫ਼ਤਗੂ ਤੋਂ ਬਾਅਦ ਜਿਹੜੀ ਅਸੀਂ ਗੱਲਬਾਤ ਕੀਤੀ ਹੈ, ਉਹਨੂੰ ਆਪਾਂ ਉਹਨਾਂ ਦੇ ਮੁਖਾਰਬਿੰਦ ਤੋਂ, ਉਹਨਾਂ ਦੇ ਸੁਣਨ ਦੀ ਆਪਣੇ ਦਰਸ਼ਕਾਂ ਦੇ ਕੋਲ ਕੋਸ਼ਿਸ਼ ਕਰ ਰਹੇ ਹਾਂ ਕਿ ਡਾਕਟਰ ਸਾਹਿਬ ਆਪਣੇ ਬਾਰੇ, ਆਪਣੇ ਲਾਈਫ ਬਾਰੇ, ਆਪਣੀ ਡਿਊਟੀ ਬਾਰੇ ਤੇ ਨਾਲ ਦੀ ਨਾਲ ਜਿਹੜਾ ਲਿਖਣ ਦੇ ਉਹਦੇ ਵਿੱਚ ਅਸੀਂ ਅਗਲੇ ਜਿਹੜੀ ਗੱਲਬਾਤ ਕਰਾਂਗੇ ਉਹਦੇ ਵਿੱਚ ਕਰਾਂਗੇ। ਡਾਕਟਰ ਰਾਣਾ ਪ੍ਰੀਤ ਗਿੱਲ ਜੀ, ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ 'ਤੇ ਜੀ। ਥੈਂਕ ਯੂ, ਬਹੁਤ ਧੰਨਵਾਦ ਜੀ, ਤੇ ਬਹੁਤ ਅੱਛਾ ਲੱਗ ਰਿਹਾ ਹੈ ਤੁਹਾਡੇ ਨਾਲ ਗੱਲਬਾਤ ਕਰਕੇ। ਤੇ ਡਾਕਟਰ ਰਾਣਾ ਪ੍ਰੀਤ ਗਿੱਲ ਜੀ, ਅਸੀਂ ਜਿਵੇਂ ਮੈਂ ਦੱਸੀ ਆ ਇੱਕ ਸਮਾਜ ਦੀ ਗੱਲ ਕੀਤੀ ਆ, ਅਸੀਂ ਸਭ ਤੋਂ ਪਹਿਲਾਂ ਇਹ ਚਾਹੁੰਦੇ ਹਾਂ, ਇਸ ਵੇਲੇ ਤੁਸੀਂ ਬਜਵਾੜਾ, ਜ਼ਿਲ੍ਹਾ ਹੁਸ਼ਿਆਰਪੁਰ ਦਾ ਪਿੰਡ ਬਜਵਾੜਾ, ਜਿੱਥੇ ਵੈਟਰਨਰੀ ਹਸਪਤਾਲ ਦੇ ਵਿੱਚ ਬਤੌਰ ਵੈਟਰਨਰੀ ਆਫਿਸਰ ਡਿਊਟੀ ਕਰ ਰਹੇ ਹੋ। ਅਕਸਰ ਅਸੀਂ ਦੇਖਦੇ ਹਾਂ ਜਦੋਂ ਤੁਸੀਂ ਆਪਾਂ ਜਿਹੜੀ ਗੁਫ਼ਤਗੂ ਕੀਤੀ ਹੈ ਇਸ ਵਿਚਾਰਾਂ ਦੇ ਆਦਾਨ ਪ੍ਰਦਾਨ ਤੋਂ ਪਹਿਲਾਂ, ਤੇ ਤੁਸੀਂ ਜਿਹੜਾ ਇਹ ਆਪਣੇ ਜਿਹੜੇ ਪਸ਼ੂਆਂ ਦੇ ਦੇਖਭਾਲ ਲਈ ਜਾਂ ਜਿਹੇ ਡਾਕਟਰ ਜਾਂਦੇ ਹੋ, ਤੇ ਲੋਕਾਂ ਦੇ ਵਿੱਚ, ਸਮਾਜ ਦੇ ਵਿੱਚ ਤੁਹਾਨੂੰ ਕਿਹੋ ਜਿਹਾ ਜਿਹੜਾ ਹੁੰਗਾਰਾ ਮਿਲਦਾ ਜਾਂ ਕਿਹੋ ਜਿਹੀ ਕਦੀ ਗੱਲਬਾਤ ਸੁਣੀ ਕਿਹੜੀ? देखो, बीइंग अ डॉक्टर, बीइंग अ वैटनरी डॉक्टर ਤੇ बीइंग अ लेडी ਬਹੁਤ ਅੱਛਾ ਰਿਸਪੌਂਸ ਮਿਲਦਾ ਹੈ। ਤੇ ਸਾਡੇ ਮਹਿਕਮੇ ਦੇ ਵਿੱਚ, ਪੰਜਾਬ ਐਨੀਮਲ ਹਸਬੈਂਡਰੀ ਡਿਪਾਰਟਮੈਂਟ ਦੇ ਵਿੱਚ ਇਸ ਵੇਲੇ ਲੜਕੀਆਂ ਦੀ ਤਾਦਾਦ ਬਹੁਤ ਜ਼ਿਆਦਾ ਹੈ। 2006 ਦੇ ਵਿੱਚ ਜਦੋਂ ਮੈਂ ਜੁਆਇਨ ਕੀਤਾ ਸੀ, ਉਸ ਟਾਈਮ ਦੇ ਡਿਪਾਰਟਮੈਂਟ ਦੇ ਵਿੱਚ ਕੁੜੀਆਂ ਬਹੁਤ ਘੱਟ ਸੀ ਡਿਪਾਰਟਮੈਂਟ ਦੇ ਵਿੱਚ। ਤੇ ਉਸ ਟਾਈਮ 'ਤੇ ਜਦੋਂ ਜਿਸ ਸਟੇਸ਼ਨ 'ਤੇ ਮੇਰੀ ਪੋਸਟਿੰਗ ਸੀ, ਉਸ ਸਟੇਸ਼ਨ 'ਤੇ ਲੋਕਾਂ ਨੂੰ ਪਤਾ ਹੀ ਨਹੀਂ ਸੀਗਾ ਕਿ ਕੁੜੀ ਵੀ ਵੈਟਨਰੀ ਡਾਕਟਰ ਹੋ ਸਕਦੀ ਹੈ। ਪਰ ਜਿਵੇਂ ਆਪਾਂ ਗੱਲਬਾਤ ਪਹਿਲਾਂ ਕਰ ਰਹੇ ਸੀ ਕਿ ਪੰਜਾਬ 'ਚ ਹਲੇ ਵੀ ਇੱਦਾਂ ਦੇ ਬਹੁਤ ਸਾਰੇ ਏਰੀਆਜ਼ ਜਿੱਥੇ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਕੁੜੀਆਂ ਵੀ ਐਜ਼ ਵੈਟਨਰੀ ਡਾਕਟਰ ਕੰਮ ਕਰ ਸਕਦੇ, ਕਿਉਂਕਿ ਇਸ ਮਹਿਕਮੇ ਨੂੰ ਜਾਂ ਇਸ ਕਿੱਤੇ ਨੂੰ ਖਾਸ ਕਰਕੇ ਪੁਰਸ਼ ਪ੍ਰਧਾਨ ਸਮਝਿਆ ਜਾਂਦਾ ਹੈ। ਪਰ ਮੈਨੂੰ ਲੱਗਦਾ ਹੈ ਕਿ ਹੁਣ ਜਦੋਂ ਮੈਂ ਆਪਣੇ ਆਪ ਨੂੰ ਐਜ਼ ਫੀਮੇਲ ਵੈਟ ਇੰਟਰੋਡਿਊਸ ਕਰਦੀ ਹਾਂ ਲੋਕਾਂ ਦੇ ਨਾਲ, ਤਾਂ ਕੋਈ ਲੋਕਾਂ ਨੂੰ ਇੰਨਾ ਜ਼ਿਆਦਾ ਅਚੰਭਾ ਨਹੀਂ ਹੁੰਦਾ। ਤਾਂ ਉਹਨੂੰ ਹੁਣ ਲੋਕਾਂ ਦੇ ਵਿੱਚ ਕਾਫੀ ਇਸ ਚੀਜ਼ ਨੂੰ ਲੈ ਕੇ ਅਵੇਅਰਨੈਸ ਹੈ ਕਿ ਕੁੜੀਆਂ ਜਿਹੜੀਆਂ ਇਸ ਪ੍ਰੋਫੈਸ਼ਨ ਦਾ ਬਹੁਤ ਅਹਿਮ ਪਾਰਟ ਨੇ। ਡਾਕਟਰ ਰਾਣਾ ਪ੍ਰੀਤ ਗਿੱਲ ਜੀ, ਤੁਸੀਂ ਸਾਨੂੰ ਆਪਣੇ ਪ੍ਰੋਫੈਸ਼ਨ ਬਾਰੇ ਦੱਸਿਆ, ਕਿਉਂਕਿ ਅਕਸਰ ਸਾਡੀ ਇਹ ਕੋਸ਼ਿਸ਼ ਹੁੰਦੀ ਹੈ, ਸਾਡੇ ਚੈਨਲ ਦੀ ਇਹ ਕੋਸ਼ਿਸ਼ ਹੁੰਦੀ ਆ ਕਿ ਆਪਾਂ ਆਪਣੇ ਸਰੋਤਿਆਂ ਦੇ, ਦਰਸ਼ਕਾਂ ਦੀ ਕਚਹਿਰੀ ਦੇ ਵਿੱਚ ਉਹ ਲੋਕ ਲੈ ਕੇ ਜਾਈਏ ਜਿਹੜੇ ਸਮਾਜ ਨੂੰ ਇੱਕ ਵੱਖਰਾ ਕਰਨ ਦੀ ਕੋਸ਼ਿਸ਼ ਕਰਦੇ ਆ, ਸਮਾਜ ਦੇ ਵਿੱਚ ਇੱਕ ਵੱਖਰਾ ਮਕਾਮ ਬਣਾਉਣ ਦੀ ਕੋਸ਼ਿਸ਼ ਕਰਦੇ ਆ। ਤੁਸੀਂ ਆਪਣੇ ਪ੍ਰੋਫੈਸ਼ਨ ਨੂੰ ਵੈਟਰਨਰੀ ਡਾਕਟਰ ਦੇ ਆਧਾਰ 'ਤੇ ਜਿਹੜਾ ਆ ਤੁਸੀਂ ਬਣਾਇਆ, ਤੇ ਤੁਸੀਂ ਸਾਡੇ ਜਿਹੜਾ ਆ, ਅਸੀਂ ਤੁਹਾਡੀ ਜੌਬ ਦੇ ਨਾਲ ਨਾਲ ਅਸੀਂ ਚਾਹੁੰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਤੁਸੀਂ ਜਿਹੜਾ ਆਪਣੀ ਤੁਹਾਡਾ ਪਰਿਵਾਰਕ ਜਿਹੜਾ ਪਿਛੋਕੜ ਆ ਉਹਦੇ ਬਾਰੇ ਵੀ ਜ਼ਰੂਰ ਦੱਸੋ, ਤਾਂ ਕਿ ਸਾਡੇ ਦਰਸ਼ਕ ਜਾਣ ਸਕਣ ਕਿ ਜਿਸ ਸ਼ਖਸੀਅਤ ਨੂੰ ਅਸੀਂ ਸਕਰੀਨ 'ਤੇ ਦੇਖ ਰਹੇ ਹਾਂ, ਉਸ ਜਿਹੜੀ ਸ਼ਖਸੀਅਤ ਦਾ ਪਿਛੋਕੜ ਕੀ ਆ ਤੇ ਉਹ ਜਿਹੜੇ ਆ ਕਿਸ ਪਰਿਵਾਰ ਦੇ ਨਾਲ ਜੁੜੇ ਜੀ। ਤਾਂ ਬੇਸਿਕਲੀ ਜਿਹੜਾ ਮੇਰਾ ਪਿਛੋਕੜ ਹੈ ਉਹ ਮਾਲਵੇ ਸਾਈਡ ਦਾ ਹੈਗਾ। ਮੈਂ ਫਤਿਹਗੜ੍ਹ ਸਾਹਿਬ ਸਾਡਾ ਪਿੰਡ ਹੈ, ਜਿੱਥੇ ਮੇਰੇ ਫਾਦਰ ਸਾਹਿਬ ਬਿਲੋਂਗ ਕਰਦੇ ਨੇ। ਤੇ ਪਰ ਮੈਂ ਪੜ੍ਹੀ ਲਿਖੀ ਜਿਹੜੀ ਹੈਗੀ ਉਹ ਦੁਆਬੇ 'ਚ ਹੈ। ਮੇਰੇ ਫਾਦਰ ਸਾਹਿਬ ਨਕੋਦਰ ਦੇ ਵਿੱਚ ਪ੍ਰੋਫੈਸਰ ਸੀਗੇ ਕਾਲਜ ਦੇ ਵਿੱਚ, ਤੇ ਮਦਰ ਉੱਥੇ ਹੀ ਇੱਕ ਸਕੂਲ ਦੇ ਵਿੱਚ ਪ੍ਰਿੰਸੀਪਲ ਸੀਗੇ। ਤੇ ਲੇਟਰ ਔਨ ਮੇਰੇ ਮਦਰ ਨੇ ਕਾਫੀ ਅਚੀਵ ਕੀਤਾ। ਇਨਫੈਕਟ ਅਸੀਂ
ਇਹ ਚੀਜ਼ ਵੀ ਮੇਰੇ ਲਈ ਬਹੁਤ ਇੰਸਪਾਇਰਿੰਗ ਰਹੀ ਹੈ ਕਿ ਮੇਰੇ ਮਦਰ ਇੱਕ ਸਕੂਲ ਦੇ ਵਿੱਚ ਟੀਚਰ ਸੀਗੇ ਜਦੋਂ ਮੈਂ ਛੋਟੀ ਹੁੰਦੀ ਸੀ। ਉਸ ਤੋਂ ਬਾਅਦ ਸ਼ੀ ਵੈਂਟ ਔਨ ਟੂ ਬਿਕਮ ਅ ਪ੍ਰਿੰਸੀਪਲ, ਫਿਰ ਡੈਪਟੀ ਐਜੂਕੇਸ਼ਨ ਆਫਿਸਰ, ਸਰਕਲ ਐਜੂਕੇਸ਼ਨ ਆਫਿਸਰ ਤੇ ਅਲਟੀਮੇਟਲੀ ਉਹ ਡੈਪਟੀ ਡਾਇਰੈਕਟਰ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਰਿਟਾਇਰ ਹੋਇਆ। ਸੋ ਆਈ ਥਿੰਕ ਮੇਰੇ ਮਦਰ ਦੀ ਇਹ ਜਿਹੜੀ ਚੜ੍ਹਤ ਸੀ, ਮੇਰੇ ਫਾਦਰ ਦੋ ਪ੍ਰੋਫੈਸਰ ਹੀ ਰਹੇ ਨੇ, ਇਹ ਮੇਰੀ ਮਦਰ ਦੀ ਜਿਹੜੀ ਹੌਲੀ ਹੌਲੀ ਇਹ ਇੱਕ ਸਟੈਪ ਤੋਂ ਅੱਗੇ ਇੱਕ ਸਟੈਪ ਤੇ ਮੈਂ ਹਮੇਸ਼ਾ ਦੇਖਿਆ ਕਿ ਮੇਰੇ ਫਾਦਰ ਸਾਹਿਬ ਨੂੰ ਇੰਸਪਾਇਰ ਕਰਦੇ ਰਹੇ। ਇਸ ਤੋਂ ਇਲਾਵਾ ਮੇਰੇ ਮਦਰ ਨੇ ਪੰਜਾਬ ਦਾ ਜਿਹੜਾ ਸਟੇਟ ਨੈਸ਼ਨਲ ਅਵਾਰਡ ਐਜੂਕੇਸ਼ਨ ਦਾ ਤੇ ਉਹ ਵੀ ਜਿੱਤਿਆ। ਤੇ ਆਈ ਥਿੰਕ ਇਹ ਚੀਜ਼ ਵੀ ਮੇਰੇ ਲਈ ਬਹੁਤ ਇੰਸਪਾਇਰਿੰਗ ਰਹੀ, ਆਪਣੀ ਮਦਰ ਦੀ ਜਿਹੜੀ ਉਹਨੂੰ ਕਲਾਈਮ ਕਰਦੇ ਦੇਖਣਾ ਔਨ ਦ ਲੈਡਰ ਆਫ ਸਕਸੈਸ। ਸੋ ਮੇਰੇ ਪੇਰੈਂਟਸ ਦੋਨੇ ਐਜੂਕੇਸ਼ਨ ਡਿਪਾਰਟਮੈਂਟ ਨੂੰ ਬਿਲੋਂਗ ਕਰਦੇ ਸੀ ਤੇ ਇਸ ਲਈ ਹਮੇਸ਼ਾ ਪੜ੍ਹਾਈ ਦਾ ਇੱਕ ਰੁਝਾਨ ਘਰ ਦੇ ਵਿੱਚ ਰਹਿੰਦਾ ਸੀਗਾ। ਨੋਵਲਸ ਪੰਜਾਬੀ ਦੀ, ਇੰਗਲਿਸ਼ ਦੇ ਬੁੱਕਸ ਨਾ ਬਹੁਤ ਜ਼ਿਆਦਾ ਹੁੰਦੀਆਂ ਸੀ ਘਰ ਦੇ ਵਿੱਚ ਸ਼ੁਰੂ ਤੋਂ, ਤੇ ਹਮੇਸ਼ਾ ਫਾਦਰ ਸਾਹਿਬ ਨੇ ਛੋਟੇ ਹੁੰਦੇ ਤਾਂ ਬੁੱਕਸ ਲੈ ਕੇ ਆਉਣੀਆਂ। ਉਸ ਟਾਈਮ 'ਤੇ 80s ਦੇ ਵਿੱਚ ਰਸ਼ੀਅਨ ਫੇਰੀ ਟੇਲਸ ਕਾਫੀ ਮੈਂ ਪੜ੍ਹੀਆਂ ਅਤੇ ਪੜ੍ਹਨ ਦੀ ਜਿਹੜੀ ਚੇਟਕ ਸੀ ਉਹ ਸ਼ੁਰੂ ਤੋਂ ਹੀ ਲੱਗ ਗਈ ਸੀਗੀ, ਛੋਟੇ ਹੁੰਦੇ ਤੋਂ ਹੀ। ਅਤੇ ਲਿਖਣਾ ਉਦੋਂ ਇੱਕ ਡਾਇਰੀ ਲਿਖੀ ਹੁੰਦੀ ਸੀ, ਇਸ ਤੋਂ ਜ਼ਿਆਦਾ ਸਕੂਲ ਮੈਗਜ਼ੀਨ ਦੇ ਵਿੱਚ ਕੰਟਰੀਬਿਊਟ ਕਰਦੀ ਸੀ, ਪਰ ਇਹ ਨਹੀਂ ਸੀ ਪਤਾ ਕਿ ਅੱਗੇ ਜਾ ਕੇ ਐਜ਼ ਅ ਰਾਈਟਰ ਅਤੇ ਐਜ਼ ਐਨ ਆਥਰ ਆਪਣੇ ਆਪ ਨੂੰ ਪ੍ਰੂਵ ਕਰੂੰਗੀ। बहुत ਵਧੀਆ ਡਾਕਟਰ ਰਾਮਪ੍ਰੀਤ ਗਿੱਲ ਜੀ, ਤੁਸੀਂ ਦੱਸਿਆ ਹੋਣਹਾਰ ਵਿਦਵਾਨ ਕੇ ਉਹ ਚਿਕਨੇ ਬਾਤ, ਜਿਵੇਂ ਤੁਸੀਂ ਦੱਸਿਆ ਤੁਹਾਡੇ ਮਦਰ ਫਾਦਰ ਆਪਣੇ ਜਿਹੜੇ ਸੀਗੇ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਸੀਗੇ, ਉਹਨਾਂ ਦੀ ਜਿਹੜੀ ਗੁਰਤੀ ਤੁਹਾਨੂੰ ਮਿਲੀ ਆ, ਅਤੇ ਮੈਂ ਸਮਝਦਾ ਕਿ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਇਹੋ ਜਿਹੇ ਪਰਿਵਾਰ ਦੇ ਵਿੱਚ ਕੁਛ ਵੀ ਅਲੱਗ ਕਰਨ ਦੀ ਜਿਹੜੀ ਸ਼ਮਤਾ ਹੈ ਉਹ ਤੁਹਾਡੇ ਵਿੱਚ ਆਪਣੇ ਆਪ ਹੀ ਸੀ, ਗੁਰਤੀ ਦੇ ਰੂਪ 'ਚ ਮਿਲੀ ਸੀਗੀ। ਚਾਹੇ ਤੁਸੀਂ ਵੈਟਰਨਰੀ ਡਾਕਟਰ ਬਣਦੇ, ਚਾਹੇ ਤੁਸੀਂ ਪਾਇਲਟ ਬਣਦੇ, ਚਾਹੇ ਫੀਮੇਲ ਦੇ ਕਿਤੇ ਵੀ ਜਾਂਦੇ ਤਾਂ ਯੂ ਆਰ ਸਕਸੈਸ ਹੋ ਜਾ, ਮਿਸ਼ਨ ਜਿਹੜਾ ਤੁਹਾਡਾ ਸੀਗਾ ਤੁਸੀਂ ਸਕਸੈਸ ਹੋ ਜਾਣਾ, ਕਿਉਂਕਿ ਤੁਹਾਡੇ ਪੇਰੈਂਟਸ ਜਿਹੜੇ ਸੀਗੇ ਉਹ ਉਹਨਾਂ ਦੀ ਇੱਕ ਲਗਨ ਸੀਗੀ, ਉਹਨਾਂ ਨੂੰ ਇੱਕ ਚਾਹਤ ਸੀਗੀ, ਉਹਨਾਂ ਦੇ ਵਿੱਚ ਪਰਿਵਾਰ ਦੇ ਵਿੱਚ ਸੀਗਾ ਕਿ ਸਾਡੇ ਬੱਚੇ ਜਿਹੜੇ ਉਹ ਕਰਨ। ਅਤੇ ਨਾਲ ਦੀ ਨਾਲ ਆਪਾਂ ਇਹ ਗੱਲ ਕਰੀਏ, ਇਸ ਗੁਫ਼ਤਗੂ ਨੂੰ ਅੱਗੇ ਵਧਾਉਂਦੇ ਹੋਏ ਆਪਾਂ, ਜਿਵੇਂ ਤੁਸੀਂ ਗੱਲ ਕੀਤੀ ਸੀ ਲਿਖਣ ਦੀ, ਮੈਂ ਵੀ ਆਪਣੇ ਦਰਸ਼ਕਾਂ ਨੂੰ ਅਤੇ ਹੁਣ ਤੱਕ ਤੁਸੀਂ ਇਹ ਜਿਹੜਾ ਲਿਖਣੀ ਦਾ ਜਿਵੇਂ ਤੁਸੀਂ ਸ਼ੌਕ ਦੱਸਿਆ, ਇਹਦੇ ਵਿੱਚ ਅਸੀਂ ਸਮਝਦੇ ਹਾਂ ਵੀ ਤੁਹਾਨੂੰ ਪਰਿਵਾਰ ਦੇ ਵਿੱਚੋਂ ਪਿਆ, ਅਤੇ ਤੁਸੀਂ ਕਿਤਾਬ ਲਿਖੀਆਂ ਜਿਹੜੀਆਂ ਵੱਖਰੀਆਂ ਡਿਫਰੈਂਟ ਬੁੱਕਸ ਲਿਖੀਆਂ, ਅਤੇ ਤੁਸੀਂ ਕਿਹੜੀਆਂ ਬੁੱਕਸ ਲਿਖੀਆਂ ਔਰ ਕਿੰਨੀਆਂ ਬੁੱਕਸ ਲਿਖੀਆਂ ਔਰ ਕਿਹੜੀ ਲੈਂਗੁਏਜ 'ਚ ਲਿਖੀਆਂ? ਮੈਂ ਹਾਲੇ ਤੱਕ 3 ਬੁੱਕਸ ਲਿਖ ਚੁੱਕੀ ਹਾਂ। ਮੇਰੀ ਜਿਹੜੀ ਰਾਈਟਿੰਗ ਜਰਨੀ ਦੀ ਸ਼ੁਰੂਆਤ 2017 ਦੇ ਵਿੱਚ ਮਿਡਲਸ ਤੋਂ ਹੋਈ। ਮੈਂ ਮਿਡਲਸ ਲਿਖਣੇ ਸ਼ੁਰੂ ਕੀਤੇ। ਟ੍ਰਿਬਿਊਨ ਨਿਊਜ਼ਪੇਪਰ ਦੇ ਵਿੱਚ ਮੇਰਾ ਪਹਿਲਾ ਮਿਡਲ ਛਪਿਆ, ਅਤੇ ਉਸ ਤੋਂ ਬਾਅਦ ਹਿੰਦੁਸਤਾਨ ਟਾਈਮਸ, ਡੇਲੀ ਪੋਸਟ 2017 ਦੇ ਵਿੱਚ ਹੀ ਮੇਰੇ ਕਾਫੀ ਜ਼ਿਆਦਾ ਮਿਡਲ ਛਪ ਗਏ। ਅਤੇ 2018 ਦੇ ਵਿੱਚ ਮੇਰੀ ਫਸਟ ਬੁੱਕ ਆਈ ਦੋਜ਼ ਕਾਲਜ ਈਅਰਸ, ਇਹ ਕਾਈਂਡ ਆਫ ਸੈਮੀ ਆਟੋਬਾਇਓਗ੍ਰਾਫਿਕਲ ਹੈ। ਇੱਕ ਕੁੜੀ ਹੈ ਵੈਟਰਨਰੀ ਡਾਕਟਰ ਰੀਆ ਜਸਵਾਲ, ਉਹਦੀ ਕਹਾਣੀ ਹੈ ਜੋ ਉਸ ਦੀ ਲਾਈਫ ਦੇ ਦੁਆਲੇ ਘੁੰਮਦੀ ਹੈ। ਅਤੇ ਜਦੋਂ ਮੈਂ ਫਸਟ ਬੁੱਕ ਲਿਖਣੀ ਸੀ ਤਾਂ ਮੈਨੂੰ ਇਸ ਚੀਜ਼ ਦਾ ਆਈਡੀਆ ਨਹੀਂ ਸੀਗਾ ਕਿ ਕਰੈਕਟਰਸ ਕਿੱਥੋਂ ਲਿਆਵਾਂ, ਸਟੋਰੀ ਕਿੱਥੋਂ ਲਿਆਵਾਂ। ਤਾਂ ਉਹ ਆਪਣੇ ਹੀ ਜਿਹੜੇ ਵੈਟਰਨਰੀ ਡੇਜ਼ ਹੈ ਕੁਛ ਉਸ ਦੀ ਕਹਾਣੀ ਉਹਦੇ ਵਿੱਚ ਫਿਕਸ਼ਨ ਐਡ ਕਰਕੇ ਉਸ ਟਾਈਮ 'ਤੇ ਜਿਹੜੇ ਇੰਸੀਡੈਂਟਸ ਹੋਏ, ਉਸ ਟਾਈਮ 'ਤੇ ਕੀ ਕੁਝ ਘਟਨਾਵਾਂ ਵਾਪਰੀਆਂ, ਅਤੇ ਉਹਨਾਂ ਦੀ ਹੀ ਇੱਕ ਮਨਘੜਤ ਕਹਾਣੀ ਬਣਾ ਕੇ ਇਹ ਬੁੱਕ ਬਣਾਈ ਹੈ, ਜਿਹਦੀ ਪ੍ਰੋਟੈਗਨਿਸਟ ਜਿਹੜੀ ਮੇਨ ਕਰੈਕਟਰ ਉਹ ਕੁੜੀ ਹੈ ਜਿਹੜੀ ਵੈਟਰਨਰੀ ਕਰ ਰਹੀ ਹੈ। ਫਾਈਂਡਿੰਗ ਜੂਲੀਆ ਮੇਰੇ ਮਿਡਲਸ ਦੀ ਸਟੋਰੀ ਹੈ। ਮੈਂ ਕਰੀਬਨ ਹਾਲੇ ਤੱਕ ਮੇਰੇ ਅਰਾਊਂਡ 250 ਮਿਡਲਸ ਅਤੇ ਸ਼ਾਰਟ ਸਟੋਰੀਜ਼ 15 ਨਿਊਜ਼ਪੇਪਰਸ ਅਤੇ ਇੰਟਰਨੈਸ਼ਨਲ ਜਰਨਲਸ ਦੇ ਵਿੱਚ ਪਬਲਿਸ਼ ਹੋ ਗਏ। ਇੰਟਰਨੈਸ਼ਨਲ ਜਰਨਲਸ ਜਿਵੇਂ ਕੋਲੰਬੋ ਤੋਂ ਨਿਕਲਦਾ ਹਿਮਲ, ਕਾਮਨਵੈਲਥ ਰਾਈਟਰਸ ਜਰਨਲ ਫਰੋਮ ਇੰਗਲੈਂਡ, ਸਪਿਲਵਰਡਸ ਫਰੋਮ ਨਿਊਯਾਰਕ, ਅਤੇ ਉਸ ਤੋਂ ਇਲਾਵਾ ਜਿਹੜੇ ਸਾਡੇ ਨਿਊਜ਼ਪੇਪਰਸ ਨੇ ਟ੍ਰਿਬਿਊਨ, HT, ਡੈਕਨ ਹੈਰਲਡ, ਹਿਤਵਾਦ, ਵਿਮਨਜ਼ ਏਰਾ। ਸੋ ਇਹ ਜਿਹੜੀ ਮੇਰੀ ਮਿਡਲਸ ਅਤੇ ਆਰਟੀਕਲਸ ਹੈ ਵਿੱਚ ਜਿਹੜੇ ਸ਼ੁਰੂਆਤ 'ਚ ਛਪੇ ਅਰਾਊਂਡ 80 ਆਰਟੀਕਲਸ, ਉਹਨਾਂ ਦੀ ਕੰਪਾਈਲੇਸ਼ਨ ਹੈ। ਬਾਕੀ ਦੇ ਆਰਟੀਕਲਸ ਦੀ ਕੰਪਾਈਲੇਸ਼ਨ ਮੈਂ ਅੱਗੇ ਕੱਢਣ ਦਾ ਵਿਚਾਰ ਹੈ ਮੇਰਾ। ਸੋ ਇਹ ਮੇਰੀ ਤੀਸਰੀ ਬੁੱਕ ਹੈ। ਇਹ ਸਾਰੀ ਇੰਗਲਿਸ਼ ਦੇ ਵਿੱਚ ਨੇ। ਦ ਮਿਸ ਐਡਵੈਂਚਰਸ ਆਫ ਅ ਵੈਟ। ਜਦੋਂ ਮੈਂ ਆਪਣੀ ਪਹਿਲੀ ਬੁੱਕ ਲਿਖ ਲਈ ਦੋਜ਼ ਕਾਲਜਸ, ਤਾਂ ਮੈਨੂੰ ਲੱਗਿਆ ਕਿ ਜਿਹੜੀ ਕੁੜੀ ਹੈ ਰੀਆ ਜਸਵਾਲ, ਇਹਦੀ ਕਹਾਣੀ ਤਾਂ ਖਤਮ ਹੋ ਜਾਣੀ ਹੈ, ਕੁੜੀ ਦਾ ਤਾਂ ਇੱਕ ਅਸਤਿਤਵ ਵੀ ਖਤਮ ਹੋ ਜਾਣਾ। ਸੋ ਮੈਨੂੰ ਕਿਤੇ ਨਾ ਕਿਤੇ ਲੱਗਦਾ ਸੀਗਾ ਬਿਕੋਜ਼ ਉਹ ਮੈਂ ਕ੍ਰੀਏਟ ਕੀਤੀ ਸੀ, ਮੇਰੇ ਕਰੈਕਟਰ ਦੇ ਉਹਦੇ ਵਿੱਚ ਸ਼ੇਡ ਸੀਗੇ, ਤਾਂ ਮੈਨੂੰ ਲੱਗਦਾ ਕਿ ਇੱਕ ਸਟੋਰੀ ਜ਼ਰੂਰ ਕੰਟੀਨਿਊ ਹੋਣੀ ਚਾਹੀਦੀ ਹੈ। ਸੋ ਉਸੇ ਹੀ ਕੁੜੀ ਦੀ ਉਹ ਇੱਕ ਵੈਟਰਨਰੀ ਡਾਕਟਰ ਬਣ ਜਾਂਦੀ ਹੈ, ਉਹ ਲਾਈਫ 'ਚ ਕੀ ਪ੍ਰੋਗਰੈਸ ਕਰਦੀ ਹੈ, ਉਹਦੀ ਲਾਈਫ 'ਚ ਕੀ ਘਟਨਾਵਾਂ ਹੁੰਦੀਆਂ ਹਨ, ਤਾਂ ਉਹਦੀ ਹੀ ਸਟੋਰੀ ਅੱਗੇ ਹੈ ਦ ਮਿਸ ਐਡਵੈਂਚਰਸ ਆਫ ਅ ਵੈਟ। ਸੋ ਇਹ ਮੇਰੀਆਂ 3 ਬੁੱਕਸ ਨੇ। ਡਾਕਟਰ ਸਾਹਿਬ ਤੁਹਾਡਾ ਬਹੁਤ ਵਧੀਆ, ਤੁਸੀਂ 3 ਬੁੱਕਸ ਹੁਣ ਤੱਕ ਲਿਖੀਆਂ, ਉਹ ਤਿੰਨੋਂ ਇੰਗਲਿਸ਼ ਦੇ ਵਿੱਚ ਲਿਖੀਆਂ, ਅਤੇ ਮੈਂ ਸਮਝਦਾ ਆਪਾਂ ਇਹ ਵੀ ਇੱਕ ਸਾਡਾ ਇੱਥੇ ਸਵਾਲ ਬਣਦਾ ਹੈ ਕਿਉਂਕਿ ਅਸੀਂ ਪੰਜਾਬ ਦੇ ਰਹਿਣ ਵਾਲੇ ਹਾਂ, ਪੰਜਾਬ ਦੀ ਗੱਲ ਕਰਦੇ ਹਾਂ। ਤੁਸੀਂ ਜਿਹੜੀ ਇੱਕ ਲੈਂਗੁਏਜ ਨੈਸ਼ਨਲ ਇੰਟਰਨੈਸ਼ਨਲ ਜਿਹੜਾ ਸਾਊਥ ਦੇ ਵਿੱਚ ਗਈਆਂ, ਤੁਹਾਡੀ ਪਬਲਿਸ਼ ਵੀ ਹੋਈ ਸਾਰੇ ਪਾਸੇ ਜਿਹੜੀਆਂ ਹਿੰਦੁਸਤਾਨ ਦੇ ਵਿੱਚ ਵੀ ਆ, ਇਵਨ ਡਿਫਰੈਂਟ ਜਿਹੜੀਆਂ ਸਟੇਟਸ ਹੈ ਜਾਂ ਅਦਰ ਮਤਲਬ ਕੰਟਰੀਜ਼ ਉਹਦੇ ਵਿੱਚ ਵੀ ਇਹ ਜਾਂਦੀਆਂ ਜਾਂ ਗਈਆਂ, ਜਾਂ ਤੁਹਾਡੇ ਪਬਲਿਸ਼ਰ ਨੇ ਜਾਂ ਜਿਹੜੀ ਤੁਹਾਡੀ ਅਪਰੋਚ ਹੁੰਦੀ ਆ, ਪਰ ਫਿਰ ਵੀ ਤੁਹਾਡੇ ਕਿਤੇ ਜਿਹੇ 'ਚ ਇਹ ਨਹੀਂ ਆਉਂਦਾ ਵੀ ਅਸੀਂ ਇਹਨਾਂ ਨੂੰ ਪੰਜਾਬੀ ਦੇ ਵਿੱਚ ਜਾਂ ਹਿੰਦੀ ਦੇ ਵਿੱਚ ਟ੍ਰਾਂਸਲੇਟ ਕਰਨ ਦੀ ਕੋਸ਼ਿਸ਼ ਕਰੀਏ ਜਾਂ ਟ੍ਰਾਂਸਲੇਟ ਕਰਵਾਈਏ?
ਦੇਖੋ ਪੰਜਾਬੀ ਦੇ ਵਿੱਚ ਮੈਂ ਲਿਖਦੀ ਰਹੀ ਹਾਂ। ਸਾਡਾ ਡਿਪਾਰਟਮੈਂਟ ਦਾ ਪਸ਼ੂ ਪਾਲਣ ਵਿਭਾਗ ਦਾ ਮੈਗਜ਼ੀਨ ਹੈ ਪਸ਼ੂਧਨ ਪੰਜਾਬ, ਉਹਦੇ ਵਿੱਚ ਮੇਰੇ ਪੰਜਾਬੀ 'ਚ ਆਰਟੀਕਲਸ ਵੀ ਛਪਦੇ ਰਹੇ ਆ। ਤੇ ਡੈਫੀਨੇਟਲੀ ਜੇ ਇਹ ਕਿਸੇ ਹੋਰ ਲੈਂਗੁਏਜ, ਪੰਜਾਬੀ 'ਚ ਜਾਂ ਹਿੰਦੀ 'ਚ ਹੋਰ ਲੈਂਗੁਏਜ 'ਚ ਟਰਾਂਸਲੇਟ ਹੁੰਦੀ ਤਾਂ ਮੈਨੂੰ ਲੱਗਦਾ ਕਿ ਇੱਕ ਬੁੱਕ ਨੂੰ ਇੱਕ ਵਾਈਡਰ ਸਕੋਪ ਮਿਲਦਾ ਹੈ, ਉਹਨੂੰ ਨਵੇਂ ਪਾਠਕ ਮਿਲਦੇ ਹਨ। ਪਰ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਕਿ ਗੱਲ ਇਹ ਪਬਲਿਸ਼ਰਸ ਜਿਹੜੇ ਹੈਗੇ ਉਹਨਾਂ ਦੀ ਸਹਿਮਤੀ ਤੋਂ ਬਿਨਾਂ ਨਹੀਂ ਹੋ ਸਕਦੀ। ਪਰ ਡੈਫੀਨੇਟਲੀ ਇਨ ਫਿਊਚਰ ਜੇ ਮੌਕਾ ਮਿਲੇ ਤਾਂ ਮੈਂ ਜ਼ਰੂਰ ਚਾਹੂੰਗੀ ਕਿ ਮੇਰੀਆਂ ਬੁੱਕਸ ਪੰਜਾਬੀ ਦੇ ਵਿੱਚ, ਹਿੰਦੀ 'ਚ ਜਾਂ ਹੋਰ ਇੰਡੀਅਨ ਲੈਂਗੁਏਜਸ ਦੇ ਵਿੱਚ ਟਰਾਂਸਲੇਟ ਹੋਣ। ਡਾਕਟਰ ਰਣਪ੍ਰੀਤ ਗਿੱਲ ਜੀ, ਇਹ ਤੁਸੀਂ 3 ਬੁੱਕਸ ਹੁਣ ਤੁਸੀਂ ਲਿਖੀਆਂ ਤੇ ਅੱਗੇ ਤੁਹਾਡੀ ਜਿਹੜੀ ਪਲੈਨਿੰਗ ਤੁਸੀਂ ਦੱਸੀ ਸੀ ਕਿ ਮੇਰੀ ਅਗਲੀ ਪਲੈਨਿੰਗ ਆ, ਅਗਲੀ ਪਲੈਨਿੰਗ ਦੇ ਵਿੱਚ ਕਿਆ ਤੁਹਾਡੇ ਜਿਹਨ ਦੇ ਵਿੱਚ ਜਿਹੜੀ ਤੁਸੀਂ ਬੁੱਕ ਆ, ਕਿਹੜੀ ਬੁੱਕ ਆ ਔਰ ਕਦੋਂ ਤੱਕ ਉਹ ਕੰਪਲੀਟ ਹੋਣ ਦੀ ਸੰਭਾਵਨਾ ਹੈ? ਦੇਖੋ ਹਾਲੇ ਤਾਂ ਬੁੱਕ ਦੇ ਉੱਪਰ ਰਿਸਰਚ ਹੀ ਚੱਲ ਰਹੀ ਤੇ ਮੈਂ ਬਹੁਤ ਜ਼ਿਆਦਾ ਬੁੱਕ ਦੇ ਬਾਰੇ ਨਹੀਂ ਕਹਿਣਾ ਚਾਹੂੰਗੀ ਕਿ ਮੇਰੇ ਲਿਟਰਰੀ ਏਜੰਟ ਨੇ, ਬੁੱਕ ਮੇਕਰਸ ਮਿਸਟਰ ਸੁਹੇਲ ਮਾਥੁਰ, ਉਹਨਾਂ ਨਾਲ ਇੱਕ ਪ੍ਰੋਜੈਕਟ ਡਿਸਕਸ ਹੋਇਆ ਤੇ ਉਹਦੇ ਬਾਰੇ ਮੈਂ ਰਿਸਰਚ ਹਲੇ ਚੱਲ ਰਹੀ ਹੈ। ਸੋ ਇਸ ਦਾ ਕੋਈ ਟਾਈਮ ਫਰੇਮ ਨਹੀਂ ਮੈਂ ਦੇ ਸਕਦੀ ਕਿਉਂਕਿ ਬੁੱਕ ਤਾਂ ਹਾਲੇ ਮੈਂ ਲਿਖਣੀ ਸ਼ੁਰੂ ਹੀ ਨਹੀਂ ਕੀਤੀ। ਹਾਲੇ ਤਾਂ ਮੈਂ ਕੋਸ਼ਿਸ਼ ਕਰ ਰਹੀ ਹਾਂ ਕਿ ਜਿਸ ਪ੍ਰੋਜੈਕਟ 'ਤੇ ਮੈਂ ਕੰਮ ਕਰਨਾ ਚਾਹੁੰਦੀ ਉਹਦੇ ਬਾਰੇ ਮੈਂ ਮੈਕਸਿਮਮ ਜਿਹੜੀਆਂ ਹੈਗੀਆਂ ਬੁੱਕਸ ਖਰੀਦ ਕੇ ਤੇ ਪੜ੍ਹਾਈ ਕਰ ਰਹੀ ਹਾਂ। ਉਹਦੇ ਵਿੱਚ ਤੁਸੀਂ ਪਲਾਨ ਕਰ ਰਹੇ ਹੋ ਬੁੱਕਸ ਜਿਹੜੀਆਂ ਡਿਫਰੈਂਟ ਬੁੱਕਸ ਜਿਹੜੀਆਂ ਲੈ ਕੇ ਉਹਦੇ ਵਿੱਚ ਤੁਸੀਂ ਡਾਕਟਰ ਰਣਪ੍ਰੀਤ ਜੀ ਗਿੱਲ, ਆਪਾਂ ਜਿੱਥੇ ਤੁਹਾਡੀ ਪਰਿਵਾਰ ਦੀ ਗੱਲ ਕੀਤੀ ਹੈ, ਤੁਹਾਡੀ ਬੁੱਕਸ ਦੀ ਗੱਲ ਕੀਤੀ ਹੈ, ਤੁਹਾਡੇ ਡਿਪਾਰਟਮੈਂਟ ਦੀ ਗੱਲ ਕੀਤੀ ਹੈ, ਨਾਲ ਦੀ ਨਾਲ ਆਪਾਂ ਕਈ ਵਾਰ ਅਸੀਂ ਪਰਿਵਾਰਾਂ ਦੇ ਵਿੱਚ ਰਹਿੰਦੇ ਹਾਂ। ਤੁਹਾਡੀ ਮੈਰਿਜ ਹੋ ਗਈ, ਮੈਰਿਜ ਦੇ ਦੌਰਾਨ ਤੁਹਾਡੇ ਜਿਹੜੇ ਪਤੀ ਸਾਹਿਬਾਨ ਆ, ਤੁਹਾਡੇ ਹਸਬੈਂਡ ਜੀ ਨੇ, ਉਹ ਕੀ ਡਿਪਾਰਟਮੈਂਟ 'ਚ ਨੇ, ਕੀ ਕਰਦੇ ਨੇ? ਮੇਰੇ ਹਸਬੈਂਡ ਇੰਜੀਨੀਅਰ ਨੇ, ਉਹ ਇੱਕ ਪ੍ਰਾਈਵੇਟ ਕੰਪਨੀ ਜੈਨ ਇਰੀਗੇਸ਼ਨ ਉਹਦੇ ਵਿੱਚ ਕੰਮ ਕਰਦੇ ਨੇ। ਇਹ ਨਿੱਜੀ ਸਵਾਲ ਦੇ ਨਾਲ ਨਿੱਜੀ ਸਵਾਲ ਦਾ ਸਾਡਾ ਉਦੇਸ਼ ਇਹ ਹੁੰਦਾ ਕਿ ਕਿਉਂਕਿ ਸਾਡੇ ਦਰਸ਼ਕਾਂ ਨੂੰ, ਸਾਡੇ ਸਰੋਤਿਆਂ ਨੂੰ, ਜਿਵੇਂ ਅਸੀਂ ਗੱਲ ਕਰਦੇ ਹਾਂ ਅਕਸਰ ਕਈ ਵਾਰ ਸਰੋਤਿਆਂ ਦਾ ਕਿੰਤੂ ਪਰੰਤੂ ਆ ਜਾਂਦਾ ਹੈ ਕਿ ਤੁਸੀਂ ਉਹਨਾਂ ਦੇ ਨਾਲ ਵਾਰਤਾਲਾਪ ਸਾਖਾਤਕਾਰ ਕੀਤਾ ਤੇ ਉਹਦੇ ਵਿੱਚ ਤੁਸੀਂ ਉਹਨਾਂ ਦੀ ਸਟਾਰਟਿੰਗ ਦੀ ਮਾਤਾ ਪਿਤਾ ਦੀ ਗੱਲ ਕੀਤੀ ਕਿ ਉਹਨਾਂ ਦੀ ਆਫਟਰ ਮੈਰਿਜ, ਤੇ ਜਿਵੇਂ ਅਸੀਂ ਬੁੱਕਸ ਲਿਖਦੇ ਹਾਂ, ਜਿਵੇਂ ਅਸੀਂ ਇਸ ਗੁਫ਼ਤਗੂ ਤੋਂ ਪਹਿਲਾਂ ਗੱਲ ਕੀਤੀ ਸੀ ਤੁਹਾਡੇ ਨਾਲ, ਤੇ ਕਈ ਵਾਰ ਅਕਸਰ ਦੇਖਿਆ ਜਾਂਦਾ ਹੈ ਕਿ ਜਦੋਂ ਬੱਚਾ ਜਾਂ ਫੀਮੇਲ ਜਦੋਂ ਕੋਈ ਕੰਮ ਕਰਦੀ ਹੈ, ਐਕਸਟਰਾ ਘਰ ਦੇ ਵਿੱਚ ਟਾਈਮ ਦਿੰਦੀ ਆ, ਪੇਰੈਂਟਸ ਵੱਲੋਂ ਕਈ ਵਾਰ ਰਿਸਪੌਂਸ ਮਿਲਦਾ ਹੈ, ਕਈ ਵਾਰ ਨਹੀਂ ਮਿਲਦਾ। ਕੋਈ ਇਹੋ ਜਿਹਾ ਸਰਕਮਸਟੈਂਸਿਸ ਤੁਹਾਡੇ ਪਰਿਵਾਰ ਜਿਹੜਾ ਹੈ ਇਨਲੌਜ਼ ਦੇ ਵਿੱਚ ਕੋਈ? ਨਹੀਂ, ਈਵਨ ਜਦੋਂ ਮੈਂ ਮੈਰਿਡ ਨਹੀਂ ਸੀ ਤਾਂ ਮੇਰੇ ਮਦਰ ਨੂੰ ਲੱਗਦਾ ਸੀ ਕਿ ਮੈਂ ਬਹੁਤ ਜ਼ਿਆਦਾ ਬੁੱਕਸ ਪੜ੍ਹਦੀ ਹਾਂ ਤੇ ਉਹਨਾਂ ਨੇ ਮੈਨੂੰ ਹਮੇਸ਼ਾ ਕਈ ਵਾਰ ਟੋਕਣਾ ਕਿ ਤੂੰ ਇੰਨੀਆਂ ਜ਼ਿਆਦਾ ਬੁੱਕਸ ਕਿਉਂ ਪੜ੍ਹਦੀ ਹੈ, ਇਹਦਾ ਕੀ ਵਰਥ ਕੀ ਹੈ। ਤਾਂ ਮੈਂ ਉਹਨਾਂ ਨੂੰ ਕਹਿਣਾ ਕਿ ਨਹੀਂ, ਮੈਂ ਇੰਜੋਏ ਕਰਦੀ ਹਾਂ ਰੀਡਿੰਗ, ਮੈਨੂੰ ਨਾ ਵਧੀਆ ਲੱਗਦਾ ਹੈ ਫਿਕਸ਼ਨ ਪੜ੍ਹਨਾ। ਤੇ ਉਸ ਤੋਂ ਬਾਅਦ ਜਦੋਂ ਮੇਰੀ ਮੈਰਿਜ ਹੋ ਗਈ ਉਸ ਤੋਂ ਬਾਅਦ ਵੀ ਮੈਂ ਕਈ ਵਾਰ ਬੁੱਕਸ ਪੜ੍ਹਨਾ ਤੇ ਮੇਰੀ ਮਦਰ ਇਨ ਲਾਅ ਨੇ ਵੀ ਇੱਕ ਵਾਰ ਕਮੈਂਟ ਕੀਤਾ ਕਿ ਇੰਨੀਆਂ ਬੁੱਕਸ ਕਿਉਂ ਪੜ੍ਹਦੀ ਹੈ, ਕੀ ਇਹਦਾ ਫਾਇਦਾ ਹੈ। ਸੋ ਆਈ ਥਿੰਕ ਬੁੱਕਸ ਦੀ ਅਹਿਮੀਅਤ ਉਹੀ ਲੋਕ ਜਾਣ ਸਕਦੇ ਨੇ ਜਿਹੜੇ ਬਹੁਤ ਜ਼ਿਆਦਾ ਖਾਸ ਕਰ ਰੀਡਿੰਗ ਕਰਦੇ ਨੇ। तो मेरे मदर भी एजुकेशन डिपार्टमेंट ਦੇ ਵਿੱਚ ਰਹੇ ਨੇ, ਪਰ ਸਟਿਲ ਮੈਂ ਬਹੁਤ ਜ਼ਿਆਦਾ ਸ਼ੁਰੂ ਤੋਂ ਮੈਨੂੰ ਰੀਡਿੰਗ ਦਾ ਸ਼ੌਕ ਸੀ ਕਿ ਇੱਥੇ ਤੱਕ ਕਿ ਮੈਂ ਹੁਣ ਤਾਂ ਬਾਕੀ ਕੰਮਾਂ ਨੂੰ ਛੱਡ ਕੇ ਜਦੋਂ ਸਾਰੀ ਫੈਮਿਲੀ ਟੀਵੀ ਵਾਚ ਕਰ ਰਹੀ ਹੈ ਜਾਂ ਕੁਝ ਬੜਾ ਇੰਟਰਸਟਿੰਗ ਦੇਖ ਰਹੀ ਹੈ ਤਾਂ ਮੇਰੀ ਡਾਟਰ ਨੂੰ ਵੀ ਅਗਰ ਮਹਿਸੂਸ ਹੁੰਦਾ ਕਿ ਸਾਰੇ ਇਕੱਠੇ ਬੈਠ ਕੇ ਗੱਲਾਂ ਕਰ ਰਹੇ ਹੈ, ਗੱਪਾਂ ਮਾਰ ਰਹੇ ਨੇ, ਕਿ ਮੰਮਾ ਕੱਲ ਇੱਕ ਰੂਮ 'ਚ ਬੈਠ ਕੇ ਪੜ੍ਹ ਕਿਉਂ ਰਹੀ ਹੈ। ਸੋ ਕਿਤੇ ਨਾ ਕਿਤੇ ਇਹ ਗੱਲ ਆ ਜਾਂਦੀ ਹੈ। ਚਲੋ ਬਟ आई थिंक ये शौक की गल होंगी है। सो इदां दी गल्लां तो डेफिनेटली होंदियां रहिंदियां ने कि ज़्यादा टाइम अपने कमरे च रहिंदी है, कमरा बंद करके रखती है, बुक्स पढ़ती रहिंदी है। बट आई मीन दैट्स ओके। तुसीं हौली हौली इस चीज़ नूं, इस मैंटैलिटी नूं एक्सैप्ट करना शुरू कर देना तो लोग भी समझ आते हैं कि नहीं ये चेता क्या पढ़न दी, इहनूं तुसीं छुड़ा नहीं सकते इस तो। डॉक्टर रमनप्रीत जी, मेरा अगला सवाल यही सीगा, पर फिर भी तुसीं कोशिश की उन्होंने एक्सप्लेन नहीं कर, पर फिर भी मैं जिहन चीज़ सवाल जरूर आप जरूर ये करना है कि मैं जिवें तुसीं एक वैटरनरी ऑफिसर हो, इत्थे 9 ਤੋਂ 5 ड्यूटी करते हो, उस तो बाद तुसीं लिखते हो, बुक्स लिखते हो, वो भी उस लैंग्वेज च लिखते हो जिस लैंग्वेज से पकड़ होना बहुत जरूरी, इंग्लिश लैंग्वेज। उस तो बाद तुहाडे फैमिली में तुहाडी बेबी है, छोटी है, इनलॉज ने, तुसीं ये सारे को किस तरह मैनेज करते हो? देखो सारियां मैं कोशिश तो बहुत करती कि सारियां चीज़ां मैनेज हो जान, तो मैं कोशिश नहीं करती कि सारे लोग खुश भी हो जाए इस तो, बट समहाउ कई बार हो नहीं पाता। बट स्टिल देखो जॉब तो लाइफ का एक बहुत बड़ा पार्ट है, तो मेरी बेटी मेरी प्रायोरिटी है डेफिनेटली। सो मैं जो अपना राइटिंग का काम है कोशिश करती कि मैं मॉर्निंग टाइम उठा, तो मेरी हमेशा कोशिश रहती कि मैं 3 बजे उठ के अपना जोड़ा हैगा जोड़ा राइटिंग तो रीडिंग का जोड़ा भी काम है वो कर लवां, क्योंकि उस तो बाद जॉब तो बाद जाते घर मेरी बेटी का होमवर्क होंगे, ऑनलाइन क्लासेस वो लगदियाँ, वो डाउट्स होंगे वो क्लीयर करने हैं। तो इस गल च मेरी बेटी वालों मैंने बहुत सपोर्ट मिलता है क्योंकि वो शी इज़ वेरी इंटैलीजेंट, वो अपना काम सारा मैनेज कर लेंदी, जो डाउट्स होंगे ने वो भी मेरे तक आते हैं।
ਤੇ ਚਲੋ ਫੈਮਿਲੀ ਦਾ ਤੇ ਕਿਚਨ ਦਾ ਕੰਮ ਵੀ ਮੈਨੇਜ ਹੋ ਜਾਂਦਾ, ਉਸ ਦਾ ਵੀ ਮੇਰੇ ਤੇ ਕੋਈ ਭਾਰ ਨਹੀਂ ਪਾਇਆ ਜਾਂਦਾ। ਸੋ ਆਈ ਥਿੰਕ ਫੈਮਿਲੀ ਸਪੋਰਟ ਦਾ ਬਹੁਤ ਫਰਕ ਪੈਂਦਾ, ਤਾਂ ਇਹ ਸਾਰੀਆਂ ਚੀਜ਼ਾਂ ਮੈਨੇਜ ਹੋ ਜਾਂਦੀਆਂ। ਡਾਕਟਰ ਸਾਹਿਬ ਇੱਕ ਲਾਸਟ ਸਵਾਲ ਜਿਹੜਾ ਸਾਡਾ ਆ ਵੀ ਤੁਸੀਂ ਇਹ ਜਿਹੜੀਆਂ ਬੁੱਕਸ ਲਿਖੀਆਂ ਆ, ਇਹਨਾਂ ਬੁੱਕਸ ਨੂੰ ਲੋਕਾਂ ਤੱਕ, ਆਵਾਮ ਤੱਕ, ਪਾਠਕਾਂ ਤੱਕ, ਸਰੋਤਿਆਂ ਤੱਕ ਪਹੁੰਚਾਉਣ ਲਈ ਤੁਸੀਂ ਅੱਜ ਤੱਕ ਕਿਹੜਾ ਉਪਰਾਲਾ ਕਰ ਚੁੱਕੇ ਹੋ? ਪ੍ਰੈਸ ਕਾਨਫਰੰਸ ਦੇ ਰਾਹੀਂ ਜਾਂ ਸਮਾਗਮ ਆਯੋਜਨ ਕਰਕੇ ਜਾਂ ਕਿਸੇ ਪੋਲੀਟੀਕਲ ਸ਼ਖਸੀਅਤ ਦਾ ਸਹਾਰਾ ਲੈ ਕੇ ਕਿਸ ਤਰ੍ਹਾਂ ਤੁਸੀਂ ਇਹਨਾਂ ਨੂੰ ਲੋਕਾਂ ਤੱਕ ਪਹੁੰਚਾਉਂਦੇ ਹੋ? ਦੇਖੋ ਹਾਂਜੀ, ਡੈਫੀਨੇਟਲੀ ਮਾਰਕੀਟਿੰਗ ਜਿਹੜੀ ਬੁੱਕਸ ਦੀ ਬਹੁਤ ਇੰਪੋਰਟੈਂਟ ਹੈ, ਬਿਕੋਜ਼ ਲੋਕਾਂ ਨੂੰ ਪਤਾ ਹੀ ਨਹੀਂ ਲੱਗੇਗਾ ਕਿ ਇੱਕ ਬੁੱਕ ਤੁਸੀਂ ਲਿਖੀ ਹੈ ਤਾਂ ਉਹ ਇਹ ਡਿਸਾਈਡ ਕਿੱਦਾਂ ਕਰਨਗੇ ਕਿ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਨਾ ਕਿ ਬੁੱਕ ਲਿਖੀ ਗਈ ਹੈ, ਉਸ ਤੋਂ ਬਾਅਦ ਇਹ ਉਹਨਾਂ ਦਾ ਡਿਸੀਜਨ ਹੈ ਕਿ ਉਹ ਬੁੱਕ ਬਾਏ ਕਰਨੀ ਹੈ ਜਾਂ ਨਹੀਂ ਕਰਨੀ। ਸੋ ਮੇਰਾ ਬਿਕੋਜ਼ ਮੈਂ ਮਿਡਲਸ ਲਿਖਦੀ ਰਹੀ ਹਾਂ, ਮੇਰੇ ਉਸ ਦੇ ਕਾਰਨ ਮੈਨੂੰ ਨਿਊਜ਼ਪੇਪਰਸ ਦੇ ਵਿੱਚ ਕਾਫੀ ਕਵਰੇਜ ਜਿਹਨਾਂ ਅਖਬਾਰਾਂ ਲਈ ਮੈਂ ਲਿਖਿਆ, ਟ੍ਰਿਬਿਊਨ, ਹਿੰਦੁਸਤਾਨ ਟਾਈਮਸ, ਥੈਂਕਸ ਟੂ ਦ ਐਡੀਟਰਸ ਕਿ ਮੈਨੂੰ ਉਹਨਾਂ ਅਖਬਾਰਾਂ ਦੇ ਵਿੱਚ ਜਦੋਂ ਵੀ ਮੈਂ ਕੋਈ ਨਾ ਕੋਈ ਸਮਾਗਮ ਕੀਤਾ, ਮੈਂ ਜਿੱਥੇ ਤੱਕ ਮੇਰੀ ਪੰਜਾਬ ਦੇ ਵਿੱਚ ਰੀਚ ਸੀ, ਜਲੰਧਰ, ਅੰਮ੍ਰਿਤਸਰ, ਲੁਧਿਆਣਾ, ਇਹਨਾਂ ਸ਼ਹਿਰਾਂ ਦੇ ਵਿੱਚ ਮੈਂ ਬੁੱਕਸ ਦੇ ਫੰਕਸ਼ਨਸ ਕੀਤੇ, ਫਿਰ ਉੱਥੋਂ ਦੀ ਪ੍ਰੈਸ ਨਾਲ ਕੰਟੈਕਟ ਕੀਤਾ ਤੇ ਉਸ ਜਿਹਨਾਂ ਅਖਬਾਰਾਂ 'ਚ ਮੈਂ ਲਿਖਦੀ ਰਹੀ ਹਾਂ। ਅਤੇ ਇਸ ਤੋਂ ਇਲਾਵਾ ਵੀ ਜਿਹੜੇ ਵਰਨੈਕੂਲਰ ਪੇਪਰ ਸੀ ਹਿੰਦੀ ਪੰਜਾਬੀ ਦੇ, ਉਹਨਾਂ ਦੇ ਵਿੱਚ ਵੀ ਮੈਨੂੰ ਕਵਰੇਜ ਮਿਲੀ। ਸੋ ਆਈ ਥਿੰਕ ਨਿਊਜ਼ਪੇਪਰਸ, ਬਿਕੋਜ਼ ਬਹੁਤ ਸਾਰੇ ਲੋਕ ਨਿਊਜ਼ਪੇਪਰਸ ਨਾਲ ਜੁੜੇ ਹੁੰਦੇ, ਨਿਊਜ਼ਪੇਪਰਸ ਪੜ੍ਹਦੇ ਆ ਰੋਜ਼। ਸੋ ਬੁੱਕ ਨਿਊਜ਼ਪੇਪਰਸ ਦੇ ਵਿੱਚ ਕਵਰੇਜ ਆਉਣ ਨਾਲ ਵੀ ਬਹੁਤ ਜਿਹੜਾ ਤੁਹਾਡਾ ਏਰੀਆ ਕਵਰ ਹੋ ਜਾਂਦਾ। ਅਤੇ ਇਸ ਤੋਂ ਇਲਾਵਾ ਸੋਸ਼ਲ ਮੀਡੀਆ 'ਤੇ ਮੇਰੇ ਨਾਲ ਬਹੁਤ ਸਾਰੇ ਲੋਕ ਕਨੈਕਟਡ ਹੈ, ਜਿਹੜੇ ਲੋਕ ਮੇਰੇ ਮਿਡਲਸ ਪੜ੍ਹਦੇ ਰਹੇ, ਉਹਨਾਂ ਨੇ ਮੇਰੀ ਬੁੱਕਸ ਖਰੀਦੀਆਂ ਤਾਂ ਮੈਨੂੰ ਐਪਰੀਸ਼ੀਏਟ ਵੀ ਕੀਤਾ। ਸੋ ਇੱਕ ਦੂਸਰਾ ਜ਼ਰੀਆ ਸੀਗਾ ਕਿ ਸੋਸ਼ਲ ਮੀਡੀਆ ਦੇ ਉੱਪਰ ਮੈਂ ਐਕਟਿਵ ਹਾਂ, ਤਾਂ ਉੱਥੇ ਮੈਂ ਆਪਣੀ ਬੁੱਕਸ ਨੂੰ ਪ੍ਰਮੋਟ ਕਰਦੀ ਰਹਿੰਦੀ ਹਾਂ। ਡਾਕਟਰ ਸਾਹਿਬ, ਆਪਾਂ ਡਾਕਟਰ ਰਾਣਾਪ੍ਰੀਤ ਗਿੱਲ ਜੀ, ਅਸੀਂ ਗੱਲ ਕਰਦੇ ਸੀ, ਤੁਹਾਡੇ ਨਾਲ ਵਾਰਤਾਲਾਪ ਕੀਤਾ, ਸਾਖਾਤ ਕੀਤਾ ਤੁਹਾਡੇ, ਅਸੀਂ ਕੋਈ ਇਹੋ ਜਿਹੀ ਗੱਲ ਜਿਹੜੀ ਅਸੀਂ ਤੁਹਾਡੇ ਪੁੱਛਣਾ ਰਹਿ ਗਏ ਤੇ ਤੁਸੀਂ ਉਹ ਗੱਲ ਸਾਡੇ ਦਰਸ਼ਕਾਂ ਨਾਲ, ਸਰੋਤਿਆਂ ਨਾਲ ਸਾਂਝੀ ਕਰਦੇ ਚਾਹੁੰਦੇ ਹੋ, ਤੇ ਉਹ ਜ਼ਰੂਰ ਤੁਸੀਂ ਜਿਹੜੀ ਸਾਡੇ ਸਰੋਤਿਆਂ ਨਾਲ। ਮੈਨੂੰ ਹਮੇਸ਼ਾ ਪੁੱਛਿਆ ਜਾਂਦਾ ਹੈ ਅਬਾਊਟ ਵੂਮਨ ਇੰਪਾਵਰਮੈਂਟ, ਤੇ ਤੁਸੀਂ ਕੁੜੀਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਤੁਸੀਂ ਉਹ ਪੁੱਛਿਆ ਨਹੀਂ, ਚਲੋ ਮੈਂ ਉਹ ਕਹਿ ਦਿੰਦੀ ਹਾਂ। ਸੋ ਮੈਨੂੰ ਇਹ ਲੱਗਦਾ ਕਿ ਡੈਫੀਨੇਟਲੀ ਘਰ ਦਾ ਸਪੋਰਟ ਸੀਗਾ, ਹਮੇਸ਼ਾ ਫੈਮਿਲੀ ਨੇ ਸਪੋਰਟ ਕੀਤਾ, ਬਟ ਸਮਹਾਉ ਮੈਨੂੰ ਲੱਗਦਾ ਕਿ ਜੇ ਤੁਸੀਂ ਲਾਈਫ ਦੇ ਵਿੱਚ ਕੁਝ ਕਰਨਾ ਹੈ ਤਾਂ ਇੱਕ ਇੰਟਰਨਲ ਡਿਟਰਮੀਨੇਸ਼ਨ, ਮੈਂ ਨਾ 4 Ds ਉਹਨਾਂ ਨੂੰ ਕਹਿੰਦੀ ਹਾਂ, ਤੇ ਮੈਂ ਹਮੇਸ਼ਾ ਇਹ ਚੀਜ਼ ਮੈਮੋਰਾਈਜ਼ ਕਰਦੀ ਰਹਿੰਦੀ ਹਾਂ, ਡਿਟਰਮੀਨੇਸ਼ਨ, ਡਿਵੋਸ਼ਨ, ਡੈਡੀਕੇਸ਼ਨ, ਡਿਸਿਪਲਿਨ। ਤੇ ਮੈਨੂੰ ਲੱਗਦਾ ਕਿ ਜੇ ਤੁਸੀਂ ਲਾਈਫ ਕੁਝ ਅਚੀਵ ਕਰਨਾ ਤਾਂ ਇਹ ਚਾਰੇ ਚੀਜ਼ਾਂ ਹੋਣੀਆਂ ਤੁਹਾਡੇ 'ਚ ਬਹੁਤ ਜ਼ਰੂਰੀ ਹੈ। ਤੇ ਇਨਫੈਕਟ ਜੇ ਤੁਹਾਡੇ 'ਚ ਨਹੀਂ ਵੀ ਹੈ ਤਾਂ ਤੁਸੀਂ ਇਨਕਲਕੇਟ ਕਰ ਸਕਦੇ ਹੋ, ਤੁਸੀਂ ਆਪਣੇ ਆਪ 'ਚ ਕਰ ਸਕਦੇ ਹੋ। ਸੋ ਮੇਰਾ ਆਪਣੇ ਆਪ ਨੂੰ ਕਈ ਦਿਨ ਇੱਦਾਂ ਦੇ ਹੁੰਦੇ ਜਿਸ ਦਿਨ ਉਹਨਾਂ ਆਊਟਪੁੱਟ ਲੱਗਦਾ ਕਿ ਨਹੀਂ ਹੈਗਾ ਜਿੰਨਾ ਜੋ ਤੁਸੀਂ ਚਾਹੁੰਦੇ ਸੀ। ਜੇ ਮੈਂ ਸੋਚਦੀ ਹਾਂ ਕਿ ਮੈਂ 100 ਪੇਜਿਸ ਪੜ੍ਹਨੇ ਸੀ ਤਾਂ 100 ਨਹੀਂ ਪੜ੍ਹੇ ਗਏ, ਥੋੜ੍ਹੇ ਘੱਟ ਪੜ੍ਹੇ ਗਏ। ਸੋ ਆਪਣੇ ਆਪ ਨੂੰ ਮੋਟੀਵੇਟ ਕਰਨ ਲਈ ਮੈਂ ਕੌਨਸਟੈਂਟਲੀ ਆਪਣੇ ਆਪ ਨੂੰ ਕਹਿ ਨਹੀਂ ਰਹਿੰਦੀ ਕਿ ਨਹੀਂ ਮੈਂ ਇਹ ਚੀਜ਼ ਕਰਨੀ ਹੈ, ਆਈ ਹੈਵ ਟੂ ਡੂ ਦਿਸ। ਸੋ ਮੈਨੂੰ ਲੱਗਦਾ ਕਿ ਲਾਈਫ 'ਚ ਕੁਝ ਵੀ ਅਚੀਵ ਕਰਨ ਲਈ ਤੁਹਾਨੂੰ ਸਭ ਤੋਂ ਪਹਿਲਾਂ ਮਿਹਨਤ ਕਰਨੀ ਬਹੁਤ ਜ਼ਰੂਰੀ ਹੈ, ਉਸ ਪਰ ਡਿਸਿਪਲਿਨ ਹੋਣਾ ਬਹੁਤ ਜ਼ਰੂਰੀ ਹੈ। ਜਿਹੜਾ ਤੁਸੀਂ ਏਮ ਰੱਖਿਆ ਉਹਦੇ 'ਚ ਕੌਨਸਟੈਂਟਲੀ ਤੁਸੀਂ ਵਰਕ ਕਰੀ ਜਾਓ। ਈਵਨ ਜੇ ਤੁਸੀਂ ਛੋਟੇ ਛੋਟੇ ਸਟੈਪਸ ਵੀ ਲੈ ਰਹੇ ਹੋ ਤਾਂ ਕੀਪ ਔਨ ਮੂਵਿੰਗ ਇਨ ਦਾ ਪੋਜ਼ੀਟਿਵ ਡਾਇਰੈਕਸ਼ਨ। ਜੋ ਅੱਜ ਕੱਲ੍ਹ ਦਾ ਜਿਹੜਾ ਟਾਈਮ ਹੈ ਕਰੋਨਾ ਕਰਕੇ ਲੋਕਾਂ ਦੀ ਲਾਈਫ 'ਚ ਇੱਕ ਤਰ੍ਹਾਂ ਦੀ ਨੈਗੇਟਿਵਿਟੀ ਜੀ ਆ ਗਈ ਹੈ, ਬਿਕੋਜ਼ ਲਾਈਫ ਕਿਤੇ ਜ਼ਿਆਦਾ ਖੜੀ ਜੀ ਹੋ ਗਈ ਹੈ। ਕਈ ਲੋਕਾਂ ਦੀ ਜੌਬਸ ਚਲੀ ਗਈਆਂ, ਕਈ ਲੋਕਾਂ ਦੀ ਸੈਲਰੀ ਕੱਟਸ ਲੱਗ ਗਏ ਆ। ਸੋ ਮੈਨੂੰ ਲੱਗਦਾ ਕਿ ਇਸ ਟਾਈਮ 'ਤੇ ਖਾਸ ਕਰ ਆਪਣੇ ਆਪ ਨੂੰ ਪੋਜ਼ੀਟਿਵ ਅਤੇ ਮੋਟੀਵੇਟਡ ਰੱਖਣਾ ਬਹੁਤ ਜ਼ਰੂਰੀ ਹੈ। ਅਤੇ ਉਸ ਤੋਂ ਬਾਅਦ ਜਦੋਂ ਤੁਸੀਂ ਵਰਕ ਕਰਦੇ ਹੋ ਤਾਂ ਲਾਈਫ 'ਚ ਵਧੀਆ ਚੀਜ਼ਾਂ ਹੋਣ ਲੱਗ ਪੈਂਦੀਆਂ ਨੇ ਜੇ ਤੁਸੀਂ ਇੱਕ ਪੋਜ਼ੀਟਿਵ ਐਟੀਟਿਊਡ ਰੱਖਦੇ ਹੋ। ਡਾਕਟਰ ਸਾਹਿਬ, ਤੁਸੀਂ ਬਹੁਤ ਵਧੀਆ ਸਾਡੇ ਨਾਲ ਗੱਲਬਾਤ ਕੀਤੀ। 4D ਦੀ ਜਿਹੜੀ ਤੁਸੀਂ ਆਪਣੇ ਵੱਲੋਂ ਤੁਸੀਂ ਜੋ ਆਪ ਮੰਨਦੇ ਹੋ 4D ਜਿਹੜੇ ਡਿਫਾਈਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਤੁਸੀਂ ਗੱਲ ਕੀਤੀ ਸੀ ਲੜਕੀਆਂ ਨੂੰ ਮੈਸੇਜ ਦੇਣ ਦੀ। ਮੇਰਾ ਇਹ ਸਵਾਲ ਸੀਗਾ ਵੀ ਤੁਸੀਂ ਜਿਹੜਾ ਹੈ ਕੋਈ ਅਸੀਂ ਵਿਸਰ ਗਏ, ਅਸੀਂ ਭੁੱਲ ਗਏ ਤੁਹਾਡੇ ਰਿਗਾਰਡਿੰਗ, ਤੁਹਾਡੇ ਡਿਪਾਰਟਮੈਂਟ ਦੇ, ਤੁਹਾਡੀ ਇਹਦੇ ਰਿਗਾਰਡਿੰਗ ਗੱਲ ਕਰਨ ਦਾ। ਇਹ ਜਿਹੜੀ ਲਾਸਟ ਦੀ ਗੱਲ ਹੁੰਦੀ ਹੈ ਕੀ ਮੈਸੇਜ ਦੇਣਾ ਚਾਹੁੰਦੇ ਉਹ ਲਾਸਟ ਕੁਐਸਚਨ ਦੇ ਵਿੱਚ ਆਉਣਾ ਸੀਗਾ। ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਗੱਲ ਕੀਤੀ ਆ। ਮੇਰਾ ਫਿਰ ਆਪ ਜੀ ਨੂੰ ਇਹ ਹੈ ਵੀ ਜਿਹੜੀ ਤੁਸੀਂ ਡਿਪਾਰਟਮੈਂਟ ਦੀ ਗੱਲ ਕਰਦੇ ਹੋ, ਵੈਟਰਨਰੀ ਡਾਕਟਰ ਦੀ ਗੱਲ ਕਰਦੇ ਹੋ, ਵੈਟਰਨਰੀ ਆਫਿਸਰ ਦੀ ਗੱਲ ਕਰਦੇ ਹੋ, ਅੱਜ ਕੋਵਿਡ-19 ਦੀ ਗੱਲ ਕੀਤੀ ਹੈ। ਕੋਵਿਡ-19 ਪਿਛਲੇ 4 ਮਹੀਨੇ ਤੋਂ ਲੋਕ ਭੁਗਦੇ ਆ, ਤਰਾਸਦੀ ਭੁਗਦੇ ਆ, ਬਹੁਤ ਦੀ ਸੈਲਰੀਜ਼ ਕੱਟ ਲੱਗ ਗਿਆ, ਬਹੁਤ ਦੀ ਜੌਬਸ ਚਲੀ ਗਈ ਆ, ਬਹੁਤ ਜ਼ਿਆਦਾ ਸਮਾਜ ਦੇ ਹਰ ਵਰਗ ਨੂੰ ਪ੍ਰੋਬਲਮ ਹੋਈ ਆ। ਅਤੇ ਇਹ ਜਿਹੜੀਆਂ ਚੀਜ਼ਾਂ ਆ, ਇਹਨਾਂ ਗੱਲਾਂ ਨੂੰ, ਇਹਨਾਂ ਮੁਸ਼ਕਲਾਤ ਨੂੰ ਲੈ ਕੇ ਅਸੀਂ ਜਿਹੜਾ ਆ ਵਿਚਾਰ ਵਟਾਂਦਰਾ ਕਰਦੇ ਹਾਂ। ਤੁਸੀਂ ਜਿਹੜਾ ਮੈਸੇਜ ਸਾਡੇ ਬਿਨਾਂ ਕਹੇ ਤੋਂ ਜਿਹੜਾ ਤੁਸੀਂ 4D ਦਾ ਐਕਸਪਲੇਨ ਕਰਕੇ ਕੀਤਾ, ਮੈਂ ਆਪਣੇ ਦਰਸ਼ਕਾਂ ਨੂੰ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਕਹੂੰਗਾ ਜਿਹੜਾ ਡਾਕਟਰ ਰਾਣਾਪ੍ਰੀਤ ਗਿੱਲ ਵੱਲੋਂ 4D ਨੂੰ ਐਕਸਪਲੇਨ ਕੀਤਾ ਗਿਆ, ਉਹਨੂੰ ਇਕੱਲੇ ਇਕੱਲੇ ਕਰਕੇ ਅਕਸ਼ਰ ਦੱਸਿਆ ਗਿਆ, ਉੱਤੇ ਜ਼ਰੂਰ ਗੌਰ ਕਰਨ ਅਤੇ ਉਹਨੂੰ 'ਤੇ ਅਮਲ ਕਰਨ ਦੀ ਕੋਸ਼ਿਸ਼ ਕਰਨ, ਕਿਉਂਕਿ ਸਮਾਜ ਦੇ ਵਿੱਚ ਇਹ ਜ਼ਰੂਰੀ ਨਹੀਂ ਹੁੰਦਾ ਵੀ ਸਾਨੂੰ ਜਿਹੜਾ ਕਿਸੇ ਵਿਅਕਤੀ ਵਿਸ਼ੇਸ਼ ਨੇ ਉਪਦੇਸ਼ ਦੇਣਾ ਜਾਂ ਸਾਨੂੰ ਸਿੱਖਿਆ ਦੇਣੀ ਹੈ। ਸਿੱਖਿਆ ਲੈ ਲਈ ਸਾਨੂੰ ਕਿਸੇ ਉਮਰ ਦਾ ਤਕਾਜ਼ੇ ਦੀ ਲੋੜ ਨਹੀਂ ਹੁੰਦੀ।
ਹੁੰਦੀ ਹੈ। ਕੋਈ ਸਿੱਖਿਆ ਸਾਨੂੰ ਕੋਈ ਵੀ ਵਿਅਕਤੀ ਜਿਹੜਾ ਕੋਈ ਐਕਸਪੀਰੀਅੰਸ ਆ ਅਨੁਭਵ ਹੈ ਉਹ ਦੇ ਸਕਦਾ ਹੈ। ਬਹੁਤ ਬਹੁਤ ਧੰਨਵਾਦ ਡਾਕਟਰ ਰਾਣਾਪ੍ਰੀਤ ਗਿੱਲ ਜੀ, ਤੁਸੀਂ ਸਾਡੇ ਨਾਲ ਗੱਲ ਕੀਤੀ। ਅਸੀਂ ਕੋਸ਼ਿਸ਼ ਕਰਾਂਗੇ ਆਪਣੇ ਚੈਨਲ ਦੇ ਮਾਧਿਅਮ ਦੇ ਰਾਹੀਂ ਜਿਹੜੀ ਤੁਹਾਡੇ ਨਾਲ ਗੱਲਬਾਤ ਕੀਤੀ ਆ ਆਵਾਮ ਤੱਕ, ਲੋਕਾਂ ਤੱਕ ਪਹੁੰਚਾਈਏ। ਹੁਸ਼ਿਆਰਪੁਰ ਤੋਂ ਦਲਜੀਤ ਅਜਨੋਹਾ। ਥੈਂਕ ਯੂ। ਸਬਸਕ੍ਰਾਈਬ ਕਰੋ BBC ਪੰਜਾਬ ਟੀਵੀ ਨੂੰ ਅਤੇ ਤਾਜ਼ਾ ਤਰੀਨ ਖਬਰਾਂ ਲਈ ਬੈਲ ਦਾ ਬਟਨ ਦਬਾਓ।